ਦੇਖੋ ਵਿਜੇਪਾਲ, ਗੱਲ ਇਹ ਹੈਗੀ ਹੈ ਜੀ ਕਿ ਜਿਹੜਾ ਸੈਸ਼ਨ ਹੁੰਦਾ ਨਾ, ਇੱਕ ਤਾਂ ਜਿਵੇਂ ਬਹੁਤ ਟੈਂਪਰੇਰੀ ਆਪਾਂ ਐਡਜਰਨਮੈਂਟ ਹੁੰਦੀ ਹੈ ਜੀ ਕਿ ਜਿਵੇਂ ਸਪੀਕਰ ਕਹਿੰਦਾ ਵੀ ਕਾਲਰ ਆਪਾਂ ਬਹੁਤ ਬਹਿ ਗਿਆ, ਸੈਸ਼ਨ ਜਿਹੜਾ ਸੈਸ਼ਨ ਹੈ ਐਡਜਰਨ ਕੀਤਾ ਜਾਂਦਾ, ਦੁਬਾਰਾ 2 ਵਜੇ ਮਿਲੇਗਾ, 3 ਵਜੇ ਮਿਲੇਗਾ, 4 ਵਜੇ ਮਿਲੇਗਾ, ਠੀਕ ਹੈ ਰੌਲਾ ਰੱਪਾ ਪੈ ਜਾਂਦਾ। ਇੱਕ ਹੁੰਦਾ ਜਿਹੜਾ ਸੈਸ਼ਨ ਸਾਇਨੇਡਾਈ ਐਡਜਰਨ ਹੋ ਜਾਂਦਾ, ਜੀ ਉਹਦੀ ਡੇਟ ਨਹੀਂ ਦੱਸੀ ਜਾਂਦੀ ਔਰ ਉਹ ਕਿਸੇ ਵੀ ਵੇਲੇ ਸੈਸ਼ਨ ਦੁਬਾਰਾ ਬੁਲਾਇਆ ਜਾ ਸਕਦਾ, ਠੀਕ ਹੈ ਉਹਦੇ ਤੇ ਕਿਸੇ ਦੀ ਪਰਮਿਸ਼ਨ ਦੀ ਲੋੜ ਨਹੀਂ ਹੁੰਦੀ। ਹੂੰ ਤੀਜਾ ਹੁੰਦਾ ਹੈ ਵੀ ਜਦੋਂ ਸੈਸ਼ਨ ਤੁਸੀਂ ਪ੍ਰੋਰੋਗ ਕਰ ਦਿੰਦੇ, ਜੀ ਉਹਦਾ ਮਤਲਬ ਹੁੰਦਾ ਵੀ ਉਹ ਸੈਸ਼ਨ ਜਿਹੜਾ ਹੈਗਾ ਉਹ ਖਤਮ ਹੋ ਗਿਆ, ਹੁਣ ਜਦੋਂ ਬੁਲਾਵਾਂਗੇ ਨਵਾਂ ਸੈਸ਼ਨ ਬੁਲਾਇਆ ਜਾਊ। ਠੀਕ ਹੈ ਪਰ ਬਦਕਿਸਮਤੀ ਇਹ ਹੈਗੀ ਹੈ, ਤੁਸੀਂ ਦੇਖੋ ਕਦੇ ਹਿਸਟਰੀ ਕੋਈ ਬੰਦਾ ਮੈਨੂੰ ਇਹ ਪ੍ਰੂਵ ਕਰ ਦੇ ਕਿ ਜਿਹੜਾ ਬਜਟ ਸੈਸ਼ਨ ਹੈਗਾ ਹੂੰ ਉਹ ਕੰਟੀਨਿਊ ਕਰਦਾ ਜੂਨ ਤੱਕ। ਹੂੰ ਜਿਹੜੀ ਸਾਡੀ ਪ੍ਰਥਾ ਹੈਗੀ ਹੈ ਕਨਸਟੀਟਿਊਸ਼ਨ ਦੇ ਵਿੱਚ, ਉਹ ਹੈਗੀ ਹੈ ਇੱਕ ਬਜਟ ਸੈਸ਼ਨ, ਇੱਕ ਮੌਨਸੂਨ ਸੈਸ਼ਨ ਜਿਵੇਂ ਅੱਜ ਕੱਲ੍ਹ ਪਾਰਲੀਮੈਂਟ, ਲੋਕ ਸਭਾ, ਰਾਜ ਸਭਾ ਚੱਲ ਰਹੀ ਹੈ, ਜੀ ਇੱਕ ਹੁੰਦਾ ਵਿੰਟਰ ਸੈਸ਼ਨ। ਤੇ 6 ਮਹੀਨਿਆਂ ਦਾ ਵਕਫਾ, ਇੱਕ ਸੈਸ਼ਨ ਦੀ ਲਾਸਟ ਡੇਟ ਤੇ ਦੂਜੇ ਦੀ ਜਿਹੜੀ ਪਹਿਲੀ ਡੇਟ ਹੈ, Starting ਉਹਦੇ date 6 ਮਹੀਨੇ ਤੋਂ ਵਕਫਾ ਨਹੀਂ ਹੋ ਸਕਦਾ। ਠੀਕ ਹੈ ਸੋ ਇਹ ਦੇਖੋ ਗੱਲ ਪਤਾ ਕੀ ਹੈ, ਮੈਨੂੰ ਕਹਿਣਾ ਨਹੀਂ ਚਾਹੀਦਾ, ਇੱਕ ਹੈਂਕੜ ਹੈ ਇਹਦੇ ਵਿੱਚ ਹੂੰ ਵੀ ਸਾਡੇ 92 MLA ਨੇ, ਹੂੰ ਤੇ ਇੱਕ ਹੈਗਾ ਵੀ ਪੜ੍ਹਾਈ ਲਿਖਾਈ ਦੇ ਵਿੱਚ ਕੋਈ ਬਹੁਤਾ ਲੰਮਾ ਚੌੜਾ ਵਿਸ਼ਵਾਸ ਨਹੀਂ ਕਰਦੇ। ਹੂੰ ਮੰਨ ਲਓ ਗਵਰਨਰ ਸਾਹਿਬ ਨੇ ਕਿਹਾ ਵੀ ਮੈਨੂੰ ਸੈਸ਼ਨ ਦੀ ਕੋਈ ਪ੍ਰੋਬਲਮ ਨਹੀਂ, ਮੈਨੂੰ ਏਜੰਡਾ ਦੱਸੋ। ਹੂੰ ਪਹਿਲਾਂ ਇਹਨਾਂ ਨੇ ਜਦੋਂ ਪਹਿਲਾ ਸੈਸ਼ਨ ਸੱਦਿਆ, ਉਹਦੇ ਵਿੱਚ ਆਪਰੇਸ਼ਨ ਲੋਟਸ ਦੀ ਗੱਲ ਕੀਤੀ ਤੇ ਏਜੰਡਾ ਦਿੱਤਾ ਨਹੀਂ। ਦੂਜੀ ਵਾਰ ਉਹਨਾਂ ਨੇ ਕਿਹਾ ਮੈਨੂੰ ਏਜੰਡਾ ਦੇ ਦਿਓ 2 ਦਿਨ ਦਾ, ਉਹ ਏਜੰਡਾ ਨਹੀਂ ਦਿੱਤਾ, ਹਾਲਾਂਕਿ ਵਿਧਾਨ ਸਭਾ ਸੈਕਟਰੀਏਟ ਨੇ ਕਿਹਾ ਸੀ ਵੀ ਅਸੀਂ ਦੇਵਾਂਗੇ, ਦਿੱਤਾ ਨਹੀਂ। ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਆਪਾਂ ਕਿਸ ਬੰਦੇ ਤੋਂ ਕਿਹੜੀ ਗੱਲ ਲੁਕੋ ਰਹੇ। ਹੂੰ ਦੇਖੋ ਇੱਕ ਤਾਂ ਹੁੰਦੀ ਹੈ ਡੇ ਟੂ ਡੇ ਐਕਟੀਵਿਟੀਜ਼, ਉਹ ਤਾਂ ਇਹਨਾਂ ਨੇ ਫਿਰ ਕੀਤੀ ਨਹੀਂ, ਕੁਐਸਚਨ ਆ ਨਹੀਂ ਦਿੱਤਾ, ਕੋਈ ਡਿਬੇਟ ਨਹੀਂ ਕੀਤੀ, ਕੁਝ ਨਹੀਂ ਕੀਤਾ, ਜੀ ਸਿਰਫ ਏਜੰਡਾ ਸੀਗਾ ਵੀ SGPC ਐਕਟ ਤੇ 3 ਹੋਰ ਐਕਟ ਅਸੀਂ ਇਹ ਸਿਰੇ ਲਾਣੇ ਨੇ ਜਿਵੇਂ ਮਰਜ਼ੀ ਹੋਵੇ। ਠੀਕ ਚਲੋ ਹੈ ਜੇ ਤਾਂ ਤੁਹਾਡੇ ਤੱਕ ਮੁੱਕਦੇ ਆ ਹੂੰ ਤਾਂ ਕੋਈ ਗੱਲ ਨਹੀਂ, ਕਰ ਲਓ। ਪਰ ਜੇ ਤੁਹਾਨੂੰ ਉਹ ਜਿਹੜੇ ਬਿੱਲ ਤੁਸੀਂ ਅਪਰੂਵ ਕਰਨੇ ਆ ਵਿਧਾਨ ਸਭਾ ਨੇ, ਹੂੰ ਉਹ ਕਾਨੂੰਨ ਬਣ ਜਦੋਂ ਸਾਹਿਬ ਐਸੈਂਟ ਦੇਣਗੇ, ਹੂੰ ਤੇ ਫਿਰ ਉਸ ਜਿਸ ਬੰਦੇ ਤੋਂ ਤੁਸੀਂ ਐਸੈਂਟ ਲੈਣੀ ਹੈ, ਮਨਜ਼ੂਰੀ ਲੈਣੀ ਹੈ, ਤੇ ਉਹਦੇ ਕੋਲੋਂ ਕਿਸ ਗੱਲ ਦਾ ਪਰਦਾ ਰੱਖ ਕੇ ਤੇ ਐਡਾ ਵੱਡਾ ਬਵਾਲ ਕਿਉਂ ਮਤਲਬ ਅਸੀਂ ਬਣਨ ਦਿੱਤਾ। ਹੂੰ ਉਹ ਮਨਾ ਤਾਂ ਕਰਦੇ ਨਹੀਂ, ਉਹ ਤੁਸੀਂ ਕਹੋ ਵੀ ਸਾਡਾ ਆਹ ਏਜੰਡਾ ਹੈ, ਆਹ ਸਾਡੀ ਗੱਲਬਾਤ ਹੈ, ਫਿਰ ਅੱਛਾ ਜ਼ਿਆਦਾ ਹੋ ਵੀ ਅਸੀਂ ਉਹ ਤੋਂ ਲੁਕੋ ਕੇ ਰੱਖ ਸਕਦੇ ਹਾਂ, ਫਿਰ ਬਹੁਤ ਅੱਛੀ ਗੱਲ। ਪਰ ਜਦੋਂ ਹੁਣ ਬਿੱਲ ਵਿਚਾਰ ਉੱਥੇ ਪਹੁੰਚਾ ਦਿੱਤੇ, ਮੈਨੂੰ ਇਹ ਗੱਲ ਦੀ ਇੰਨੀ ਲੰਬੀ ਚੌੜੀ ਦੀ ਸਮਝ ਨਹੀਂ ਆ ਰਹੀ ਕਿ ਆਨਰੇਬਲ ਚੀਫ ਮਿਨਿਸਟਰ ਕਿਹੜੀ ਗੱਲ ਕਰਕੇ ਇਹ ਇਦਾਂ ਦੀਆਂ ਉਹ ਤੇ ਜਿਹੜਾ ਚੰਨੀ ਵਾਤਾਵਰਨ ਖਰਾਬ ਸਾਹਿਬ, ਗਰੇਵਾਲ ਸਾਹਿਬ ਸਿੱਧਾ ਹੀ ਕਹਿ ਰਹੇ ਨੇ ਕਿ ਇਹ ਤੇ ਬੀਜੇਪੀ ਟੇਢੇ ਤਰੀਕੇ ਨਾਲ ਜਿਹੜਾ ਹੈ ਕੈਪਚਰ ਕਰਨ ਦੀ ਕੋਸ਼ਿਸ਼ ਕਰਦੀ ਹੈ ਸਰਕਾਰੀ ਤੰਤਰ ਨੂੰ। ਨਹੀਂ ਗੱਲ ਇਹ ਹੈਗੀ ਆ ਵੀ ਇਹ 10 ਦਿਨ ਵਿੱਚ ਸਿੱਧਾ ਤਰੀਕਾ ਮੰਨ ਲਿਆ ਵੀ ਇਹਨਾਂ ਨੇ ਬਿੱਲ ਪਾਸ ਕਰਤੇ, ਆਪੇ ਉਹਨੂੰ ਕਾਨੂੰਨ ਬਣਾ ਦੇਣ, ਸਿੱਧਾ ਤਰੀਕਾ ਇਹ ਹੈ। ਮੈਂ ਤਾਂ ਇੱਕ ਬਹੁਤ ਨਿਊਟਰਲ ਔਰ ਇੰਪਾਰਸ਼ੀਅਲ ਗੱਲ ਕਰ ਰਿਹਾ ਕਿ ਜਦੋਂ ਤੁਹਾਨੂੰ ਗਵਰਨਰ ਸਾਹਿਬ ਕੋਲ ਜਾਣਾ ਹੀ ਪੈਣਾ ਹੈ, ਜੀ ਬਿੱਲ ਹੀ ਪਾਸ ਹੁੰਦੇ ਆ ਨਾ ਵਿਧਾਨ ਸਭਾ ਚ, ਲੈਜਿਸਲੇਸ਼ਨ ਦਾ ਕੰਮ ਹੁੰਦਾ, ਹੋਰ ਤਾਂ ਕੋਈ ਹੁੰਦਾ ਨਹੀਂ, ਤੇ ਫਿਰ ਤੁਸੀਂ ਉਹਦੇ ਤੋਂ ਕਿਸ ਚੀਜ਼ ਦਾ ਪਰਦਾ ਰੱਖ ਕੇ ਕਿਉਂ ਤੁਸੀਂ ਐਡਾ ਬਵਾਲ ਖੜਾ ਕੀਤਾ ਹੋਇਆ। ਪਹਿਲਾਂ ਦੱਸ ਦਿੰਦੇ ਵੀ ਸਾਡਾ ਆਹ ਏਜੰਡਾ, ਪਹਿਲਾਂ ਤਾਂ ਆਪਰੇਸ਼ਨ ਲੋਟਸ ਦੇ ਉਹਦੇ ਵੋਟਿੰਗ ਕਰਾਉਣੀ ਸੀ, ਹਾਲਾਂਕਿ 92 ਬੰਦਿਆਂ ਦੀ ਸਰਕਾਰ ਕੌਣ ਤੋੜ ਸਕਦਾ, ਕਦੋਂ ਟੁੱਟੇਗੀ। ਫਿਰ ਇਹਨਾਂ ਨੇ ਕਿਹਾ ਸਾਨੂੰ ਪੈਸੇ ਮਿਲ ਗਏ ਜੀ, ਸਾਨੂੰ ਆਹ ਹੋ ਗਿਆ ਜੀ, ਪ੍ਰੈਸ ਕਾਨਫਰੰਸ ਕੀਤੀ, MLA ਸਾਹਿਬਾਨਾਂ ਨੇ ਕਿਹਾ ਕਿੱਧਰ ਗਿਆ ਆਪਰੇਸ਼ਨ ਲੋਟਸ, ਕਿਹਨੂੰ ਪੈਸੇ ਮਿਲੇ, ਕਿੱਥੇ ਰੱਖੇ, ਕੀ ਕੀਤਾ ਉਹਨਾਂ ਪੈਸਿਆਂ ਦਾ, ਕਿਹਦੇ ਤੇ FIR ਰੱਦ ਹੋਈ, ਕੋਈ ਕੁਛ ਉਹ ਤੇ ਅਗਲੀ ਕਾਰਵਾਈ ਹੋਈ। ਮਤਲਬ ਡਰਾਮੇ ਨਾ ਕਰਨ, ਸਰਕਾਰ ਬਣੀ ਹੈ 5 ਸਾਲਾਂ ਵਾਸਤੇ, ਆਰਾਮ ਨਾਲ ਕੰਮ ਕਰਨ, ਜਿਹੜੀ ਸੰਵਿਧਾਨਕ ਇਹਨਾਂ ਦੀ ਜ਼ਿੰਮੇਵਾਰੀ ਹੈ ਉਹ ਪੂਰੀ ਕਰਨ। ਫਿਰ ਦੇਖੋ ਹੁਣ ਆਪਾਂ ਕਿਉਂ ਡਿਬੇਟ ਕਰ ਰਹੇ, ਕਿਉਂਕਿ ਇਹਦੇ ਵਿੱਚ 49-51 ਜੇ ਇਹੀ ਇਹਨਾਂ ਦੀ 100 ਹੋਵੇ, ਵੇਖ ਜਾਣ ਉੱਥੇ, ਚਲੋ ਮੰਨ ਲਓ ਚਿੱਠੀ ਲਿਖਣ ਵੀ ਅਸੀਂ ਆਹ ਜੀ ਆਹ ਪ੍ਰੋਰੋਗ ਕੀਤਾ ਸੀਗਾ ਤੇ ਆਹ ਅਸੀਂ ਸੈਸ਼ਨ ਅਸੀਂ ਐਕਸਟੈਂਸ਼ਨ ਨਹੀਂ ਹੈਗੀ ਉਹਦੀ, ਪਰ ਕਿਸੇ ਗੱਲ ਕੋਈ ਗੱਲ ਕਲੈਰਿਟੀ ਨਾਲ ਨਹੀਂ ਕਰਦੇ, ਧੱਕੇ ਨਾਲ ਕਰਨਾ ਚਾਹੁੰਦੇ। ਧੱਕੇ ਨਾਲ ਤਾਂ ਫਿਰ ਜੇ ਇਹਨਾਂ ਨੂੰ ਰਾਈਟ ਆ ਵੀ ਮੈਂ ਕਾਨੂੰਨ ਜਿਹੜੀ ਐਡਵਾਈਸ ਲਈ ਹੈ, ਤੇ ਫਿਰ ਗਵਰਨਰ ਸਾਹਿਬ ਨੂੰ ਵੀ ਰਾਈਟ ਆ, ਉਹ ਵੀ ਆਪਣੀ ਜਿੱਥੋਂ ਸਲਾਹ ਲੈਣਗੇ, ਕਿਉਂਕਿ ਇਹਦੇ ਵਿੱਚ ਮਸਲਾ ਜਿਹੜਾ ਹੈਗਾ ਕਾਨੂੰਨਾਂ ਦਾ ਬਾਅਦ ਚ, ਪਹਿਲਾਂ ਸੈਸ਼ਨ ਦਾ ਹੈਗਾ ਵੀ ਸੈਸ਼ਨ ਲੀਗਲ ਹੈ ਕਿ ਇਲੀਗਲ ਹੈ, ਉਹਨਾਂ ਨੇ ਇਹ ਵੀ ਕਿਹਾ ਤੇ ਉਹਦੇ ਵਿੱਚ ਬ੍ਰੀਚ ਆਫ ਲਾਅ ਐਂਡ ਪ੍ਰੋਸੀਜਰ ਹੈ। ਹੁਣ ਦੇਖਣਾ ਪਏਗਾ ਵੀ ਇਹ ਵਾਕਈ ਕਿਹੜਾ ਬੰਦਾ ਹੂਜ਼ ਰਾਈਟ, ਮੈਂ ਨਹੀਂ ਕਹਿੰਦਾ, ਪਰ ਇੱਕ ਅਸੀਂ ਇਹਨਾਂ ਨੇ ਗਵਰਨਰ ਸਾਹਿਬ ਨੂੰ ਵੀ ਮੌਕਾ ਦਿੱਤਾ ਕਿ ਜੀ ਤੁਸੀਂ ਇਹਦੇ ਤੇ ਕੁਐਸਚਨ ਮਾਰਕ ਕਰ ਸਕਦੇ ਆ, ਕਿਉਂਕਿ ਸਾਡਾ ਰਾਬਤਾ ਹੀ ਨਹੀਂ, ਸਾਡਾ ਕੋਈ ਲਿਖਤ ਪੜ੍ਹਤ ਨਹੀਂ ਹੈਗੀ,
कोई ठीक है। साडी जानकारी नहीं है, कोई साडी दयानतदारी नहीं, कोई ठीक है, ईमानदारी नहीं। गरेवाल साहब तो जवाब ले लिया, आप ही मौका दिता है गरेवाल साहब, चन्नी जी जिवें कह रहे हैं। सर चन्नी सर बहुत सत्कारयोग ने, इन्हें बड़े ऑनेस्ट ने। इन्होंने कहता कि बाने वाली सरकार कौन तो सकदा, नहीं तो महाराष्ट्र च मध्य प्रदेश का ਅਸੀਂ ਮਿੰਟ ਨਹੀਂ ਲਾਇਆ, ਅਸੀਂ ਤਾਂ ਮਿੰਟ ਨਹੀਂ ਲਾਇਆ। ਸਰ ਥੈਂਕ ਯੂ ਫॉर ऑनेस्टी। ਸਿੱਧੀ ਗੱਲ ਹੀ ਕਰ, ਮੈਨੂੰ ਵੀ ਉਲਟ ਆਉਂਦੀਆਂ ਕਰ। ਰੁਕੋ। ਮੋਰ ਇੰਪੋਰਟੈਂਟਲੀ 9ਵੀਂ ਦਾ 6 ਦਾ ਲੈਸਨ ਇਹ ਕਹਿੰਦਾ ਹੈ ਕਿ ਜੇ ਗਵਰਨਰ ਜਾਂ ਪ੍ਰੈਜ਼ੀਡੈਂਟ ਪਾਰਲੀਮੈਂਟ ਜਾਂ ਵਿਧਾਨ ਸਭਾ ਦੇ ਪਾਸ ਕੀਤੀ ਲੈਜਿਸਲੇਸ਼ਨ ਨੂੰ ਅਪਰੂਵਲ ਦੇਣ ਨੂੰ ਟਾਈਮ ਲਾਉਂਦਾ ਹੈ, ਤੇ ਜਦੋਂ ਪਾਰਲੀਮੈਂਟ 2 ਵਾਰੀ ਉਹਨਾਂ ਕੋਲ ਜਿਹੜਾ ਸਟੈਂਡਰਡ ਪ੍ਰੋਸੀਜਰ ਹੈ ਉਹ ਪਾਸ ਮੰਨਿਆ ਜਾਏਗਾ। ਇਹ 9ਵੀਂ ਚ ਸਿਖਾਉਂਦੇ ਆਪਾਂ ਬੱਚਿਆਂ ਨੂੰ, 9th ਕਲਾਸ ਦੇ ਬੱਚਿਆਂ ਨੂੰ ਕਹਿੰਦੇ ਆ ਕਿ ਗਵਰਨਰ ਸਾਹਿਬ ਇੱਕ ਵਾਰੀ ਕਹਿ ਸਕਦੇ ਆ, ਪ੍ਰੈਜ਼ੀਡੈਂਟ ਸਾਹਿਬ ਇੱਕ ਵਾਰੀ ਕਹਿ ਸਕਦੇ। ਸਰ ਰੁਕੋ। ਦੂਜੀ ਗੱਲ ਸਰ, ਇੱਕ BBC ਤੇ ਸੀਰੀਅਲ ਆਉਂਦਾ ਸੀ ਛੋਟੇ ਹੁੰਦੇ, ਯੈਸ ਮਿਨਿਸਟਰ। ਉਹਦੇ 'ਚ ਇਹ ਹੁੰਦਾ ਕਿ ਇੰਨਾ ਕੁ ਭੰਬਲ ਪੂਸਾ ਰੂਲਸ ਦੇ ਕੇ ਬਿਊਰੋਕਰੇਟਸ ਪਾਈ ਜਾਂਦੇ ਆ। ਇਹ ਵੀ ਹੋ ਸਕਦਾ ਹੈ, ਨਹੀਂ ਹੋ ਸਕਦਾ। ਮੁੱਖ ਦੀ ਗੱਲ ਇਹ ਹੈ ਜੀ, ਭਾਰਤ ਇੱਕ ਲੋਕਤੰਤਰ ਹੈ ਜਿਹੜਾ ਸੰਵਿਧਾਨ ਤੇ ਚੱਲਦਾ। ਬੀਜੇਪੀ ਟੂ ਮੱਚ ਡੈਮੋਕ੍ਰੇਸੀ ਤੇ ਟੂ ਮੱਚ ਕਨਸਟੀਟਿਊਸ਼ਨ ਤੋਂ ਤੰਗ ਆ, ਸਾਨੂੰ ਪਤਾ ਹੈ, ਪਰ ਅਸੀਂ ਇਹ ਡੈਮੋਕ੍ਰੇਸੀ ਤੇ ਕਨਸਟੀਟਿਊਸ਼ਨ ਨੂੰ ਮੰਨਦੇ ਹਾਂ ਤੇ ਚੱਲਦੇ ਰੱਖਾਂਗੇ। ਪਹਿਲੀ ਗੱਲ, ਜਦੋਂ ਇੱਕ ਇਲੈਕਟਿਡ ਗਵਰਨਮੈਂਟ ਨੇ ਸੈਸ਼ਨ ਬੁਲਾਇਆ, ਇਲੈਕਟਿਡ ਗਵਰਨਮੈਂਟ ਨੇ ਲਾਅ ਪਾਸ ਕੀਤੀ, ਗਵਰਨਰ ਦਾ ਕੀ ਮਤਲਬ ਹੈ ਜੀ? ਗਵਰਨਰ ਮੈਨੂੰ ਇਹ ਸਮਝਾਓ, ਚਲੋ ਮੈਂ ਸਮਝਾਓ ਇੱਕ ਸੈਕਿੰਡ ਕੀ ਸਮਝਾਈਏ ਜੀ। ਮੈਂ ਅਮਨ ਤਲਵਾਰ ਜੀ ਐਡਵੋਕੇਟ ਨੇ, ਇੱਕ ਸੈਕਿੰਡ, ਅਮਨ ਤਲਵਾਰ ਜੀ ਐਡਵੋਕੇਟ ਨੇ, ਇਹਨਾਂ ਮਾਮਲਿਆਂ ਦੇ ਬਾਹਰ ਨੇ, ਸਾਡੇ ਨਾਲ ਜੁੜ ਗਏ ਆ ਲਾਈਵ। ਮੈਂ ਮਾੜਾ ਜਿਹਾ ਉਹਨਾਂ ਕੋਲ ਜਾਣਾ ਚਾਹੂੰਗਾ। ਜਿਹੜੀ ਗੱਲ ਹੋ ਰਹੀ ਹੈ ਤਲਵਾਰ ਸਾਹਿਬ, ਜੇ ਮੇਰੀ ਆਵਾਜ਼ ਠੀਕ ਮਿਲ ਪਾ ਰਹੀ ਹੈ ਤਾਂ ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗਾ ਕਿ ਗਵਰਨਰ ਦੀ ਸਥਿਤੀ, ਗਵਰਨਰ ਦੀ ਐਗਜ਼ਿਸਟੈਂਸ, ਗਵਰਨਰ ਦੀਆਂ ਪਾਵਰਸ, ਜਿਸ ਨੂੰ ਲੈ ਕੇ ਗਰੇਵਾਲ ਸਾਹਿਬ ਨੇ ਸਵਾਲ ਚੱਕਿਆ ਵੀ ਸਰਕਾਰ ਜਿਹੜੀ ਚੁਣੀ ਹੋਈ ਹੈ ਉਹ ਚਲਾਉਂਦੀ ਹੈ, ਗਵਰਨਰ ਸਿਰਫ ਗਵਰਨਰ ਨੂੰ ਜਾਣਕਾਰੀ ਦੇਣ ਲਈ ਦੱਸਣਾ ਹੁੰਦਾ ਹੈ, ਕੋਈ ਜ਼ਰੂਰੀ ਨਹੀਂ ਹੈ ਕਿ ਉਹਨਾਂ ਦੀ ਮਨਜ਼ੂਰੀ ਤੋਂ ਬਿਨਾਂ ਸੈਸ਼ਨ ਨਹੀਂ ਬੁਲਾਇਆ ਜਾ ਸਕਦਾ। ਤੁਸੀਂ ਅਗਰ ਇਸ ਦੀ ਬਰੀਕੀ ਦੇ ਵਿੱਚ ਇਸ ਦੀਆਂ ਟੈਕਨੀਕੈਲਿਟੀਜ਼ ਨੂੰ ਜਾਣਦੇ ਹੋ ਤਾਂ ਮੈਂ ਤੁਹਾਡੇ ਤੋਂ ਜ਼ਰੂਰ ਸਮਝਣਾ ਚਾਹੂੰਗਾ। ਦੇਖੋ, ਜਿਹੜੀ ਗਵਰਨਰ ਸਾਹਿਬ ਦੀ ਪੋਸਟ ਹੈ ਨਾ, ਉਹ ਸਾਡੀ ਕਨਸਟੀਟਿਊਸ਼ਨ 'ਚ ਇੱਕ ਬ੍ਰਿਜ ਹੈ ਯੂਨੀਅਨ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਦੇ ਵਿੱਚ। ਸਾਡੀ ਕਨਸਟੀਟਿਊਸ਼ਨ 'ਚ ਦੇयर इज ਬਾਈਫਰਕੇਸ਼ਨ ਆਫ ਪਾਵਰ। ਜਿਹੜੀ ਪਾਵਰ ਹੈ ਉਹ ਯੂਨੀਅਨ ਗਵਰਨਮੈਂਟ, ਸਟੇਟ ਗਵਰਨਮੈਂਟ, ਯੂਨੀਅਨ ਪਾਰਲੀਮੈਂਟ ਤੇ ਸਟੇਟ ਲੈਜਿਸਲੇਚਰਸ 'ਚ ਡਿਵਾਈਡਡ ਹੈ। ਹੁਣ ਜਿਹੜਾ ਮੈਟਰ ਸਟੇਟ ਲੈਜਿਸਲੇਚਰ ਦੇ ਡੋਮੇਨ 'ਚ ਪੈਂਦਾ ਹੈ, ਜਦੋਂ ਸਟੇਟ ਲੈਜਿਸਲੇਚਰ ਉਹਦੇ ਤੇ ਲੈਜਿਸਲੇਟ ਕਰਕੇ ਇੱਕ ਲਾਅ ਗਵਰਨਰ ਸਾਹਿਬ ਕੋਲ ਜਾਂਦਾ ਹੈ ਜੀ, ਦੇਣ ਦੀਆਂ, ਉਸ ਨੂੰ ਪ੍ਰੈਜ਼ੀਡੈਂਟ ਸਾਹਿਬ ਨੂੰ ਫਾਰਵਰਡ ਕਰਨ ਦੀਆਂ, ਤੇ ਉਹਦੇ ਬਾਅਦ ਉਹਨਾਂ ਕਮੈਂਟਸ ਦੇ ਨਾਲ ਵਾਪਸ ਸਟੇਟ ਲੈਜਿਸਲੇਚਰ ਨੂੰ ਉਹ ਲਾਅ ਭੇਜਣ ਦੀਆਂ। ਸੈਕੰਡ ਟਾਈਮ ਜਦੋਂ ਸਟੇਟ ਲੈਜਿਸਲੇਚਰ ਵਾਪਸ ਭੇਜਦਾ ਹੈ, ਉਦੋਂ ਗਵਰਨਰ ਸਾਹਿਬ ਨੂੰ ਉੱਤੇ ਕੰਸੈਂਟ ਦੇਣੀ ਹੀ ਪੈਂਦੀ ਹੈ। ਜਿਹੜਾ ਮਨੀ ਬਿੱਲ ਹੈ ਉਹਦਾ ਪ੍ਰੋਸੀਜਰ ਥੋੜਾ ਡਿਫਰੈਂਟ ਹੈ। ਤੇ ਜਿਹੜੀ ਇਹ ਪਾਵਰਸ ਨੇ, ਇਹ ਪਾਵਰਸ ਬੜੀ ਬੋਨਾਫਾਈਡਲੀ ਯੂਜ਼ ਕਰਨ ਵਾਲੀਆਂ ਪਾਵਰਸ ਨੇ, ਬਿਕੋਜ਼ ਇਹ ਸਾਡੇ ਜਿਹੜਾ ਸਟਰਕਚਰ ਹੈ ਸਾਡੀ ਕਨਸਟੀਟਿਊਸ਼ਨ ਦਾ ਰਿਗਾਰਡਿੰਗ ਦਿਸ ਬਾਈਫਰਕੇਸ਼ਨ ਆਫ ਪਾਵਰ, ਉਹ ਸਟਰਕਚਰ ਨੂੰ ਪ੍ਰੀਜ਼ਰਵ ਕਰਦਾ ਹੈ। ਬਹੁਤ ਵਾਰੀ ਅਸੀਂ ਦੇਖਿਆ ਪਾਸਟ 'ਚ ਵੀ that ਜਿਹੜੀ ਸਟੇਟ ਗਵਰਨਮੈਂਟ ਤੇ ਸੈਂਟਰਲ ਗਵਰਨਮੈਂਟ ਦੇ ਵਿੱਚ ਜਦੋਂ ਫ੍ਰਿਕਸ਼ਨ ਆ ਜਾਂਦੀਆਂ ਨੇ, ਉਦੋਂ ਇਹ ਪ੍ਰੋਵੀਜ਼ਨਸ ਸਮੂਥਲੀ ਆਪਰੇਟ ਨਹੀਂ ਕਰਦੀਆਂ। ਤੇ ਉਹ ਸਿਚੁਏਸ਼ਨ ਨੂੰ ਬਚਾਉਣ ਵਾਸਤੇ ਦੋਨੋਂ ਸਟੇਟ ਗਵਰਨਮੈਂਟ ਵੀ ਤੇ ਸੈਂਟਰਲ ਗਵਰਨਮੈਂਟ ਵੀ ਤੇ ਗਵਰਨਰ ਸਾਹਿਬ ਦਾ ਆਫਿਸ ਵੀ ਹੈ ਜਿਹੜਾ, ਉਹਨਾਂ ਨੂੰ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਹੈ। ਸਟੇਟ ਲੈਜਿਸਲੇਚਰ ਸਹੀ ਰੂਲ ਪਾਸ ਕਰੇ, ਗਲਤ ਰੂਲ ਪਾਸ ਕਰੇ, ਉਹ ਉਹਨਾਂ ਦਾ ਡੋਮੇਨ ਹੈ। ਜੇ ਕੋਈ ਅਗਰੀਵਡ ਹੈ, ਉਹ ਫਿਰ ਉਹਦੇ ਖਿਲਾਫ ਕਚਹਿਰੀਆਂ 'ਚ ਚਲੇ ਜਾਂਦਾ ਹੈ। ਪਰ ਇੱਕ ਲਾਅ ਜਦੋਂ ਸਟੇਟ ਲੈਜਿਸਲੇਚਰ ਨੇ ਪਾਸ ਕਰਤਾ, ਬਿਨਾਂ ਕਿਸੇ ਰੀਜ਼ਨ ਦੇ ਉਹਨੂੰ ਪੈਂਡਿੰਗ ਰੱਖਣਾ ਕਨਸਟੀਟਿਊਸ਼ਨਲੀ ਵੈਲਿਡ ਨਹੀਂ ਹੈ। ਜੇ ਕੋਈ ਵੈਲਿਡ ਕਨਸਟੀਟਿਊਸ਼ਨਲ ਰੀਜ਼ਨ ਹੈ, ਸਪੋਜ਼ ਉਹਨਾਂ ਨੇ ਆਪਣੀ ਪਾਵਰ ਤੋਂ ਬਾਹਰ ਹੀ ਲੈਜਿਸਲੇਟ ਕਰਤਾ ਹੈ, ਦੈਨ ਆਫ ਕੋਰਸ ਉਸ ਸਿਚੁਏਸ਼ਨ ਦੇ ਵਿੱਚ ਉਹ ਇਨਫੋਰਮੇਸ਼ਨ ਸਟੇਟ ਗਵਰਨਮੈਂਟ ਨੂੰ ਵਾਪਸ ਭੇਜਤੀ ਜਾਣੀ ਚਾਹੀਦੀ ਹੈ। ਤੇ ਔਰ ਇੱਥੇ ਤਲਵਾਰ ਸਾਹਿਬ ਜਿਸ ਤਰੀਕੇ ਨਾਲ ਗੱਲ ਹੋ ਰਹੀ ਹੈ ਸੈਸ਼ਨ ਬੁਲਾਏ ਜਾਣ ਦੀ, ਕਿ ਗਵਰਨਰ ਇਹ ਕਹਿ ਰਹੇ ਨੇ ਕਿ ਪਹਿਲਾਂ ਮੈਂ ਇਹਦੀ ਆਥੈਂਟਿਸਿਟੀ ਚੈੱਕ ਕਰਾਉਂਗਾ ਕਿ ਸੈਸ਼ਨ ਕਾਨੂੰਨੀ ਹੈ ਜਾਂ ਗੈਰ ਕਾਨੂੰਨੀ ਹੈ, ਔਰ ਸੀਐਮ ਸਾਹਿਬ ਕਹਿ ਰਹੇ ਨੇ ਕਿ ਇਹ ਬੜੀ ਮੰਦਭਾਗੀ ਗੱਲ ਹੈ ਕਿ ਗਵਰਨਰ ਸਾਹਿਬ ਨੂੰ ਪਤਾ ਹੀ ਨਹੀਂ ਕਿ ਸੈਸ਼ਨ ਕਾਨੂੰਨੀ ਸੀ ਜਾਂ ਗੈਰ ਕਾਨੂੰਨੀ ਸੀ। ਇਸ ਨੂੰ ਲੈ ਕੇ ਇੱਕ ਟਸਲ ਬਿਟਵੀਨ ਗਵਰਨਮੈਂਟ ਐਂਡ ਗਵਰਨਰ ਆਫਿਸ ਸ਼ੁਰੂ ਹੋ ਚੁੱਕੀ ਹੈ। ਸੋ ਕੀ ਤੁਸੀਂ ਇਸ ਬਾਰੇ ਥੋੜਾ ਜਿਹਾ ਦੱਸ ਸਕਦੇ ਹੋ ਜਾਂ ਸਮਝਾ ਸਕਦੇ ਹੋ ਕਿ ਗਵਰਨਰ ਤੋਂ ਮਨਜ਼ੂਰੀ ਲੈਣੀ ਲਾਜ਼ਮੀ ਹੁੰਦੀ ਹੈ ਜਾਂ ਸਿਰਫ ਉਹਨਾਂ ਨੂੰ ਜਾਣਕਾਰੀ ਦੇਣੀ ਹੁੰਦੀ ਹੈ? ਦੇਖੋ, ਮਨਜ਼ੂਰੀ ਤਾਂ ਲਾਜ਼ਮੀ ਨਹੀਂ ਹੈ, ਬਟ
ਇਹ ਜਿਹੜਾ ਡਿਸਪਿਊਟ ਹੈ ਨਾ, ਇਹਨੂੰ ਤੁਸੀਂ ਆਰਟੀਕਲ 200 ਦੇ ਐਂਬਿਟ 'ਚ ਨਹੀਂ ਰੇਜ਼ ਕਰ ਸਕਦੇ। ਜਦੋਂ ਸਟੇਟ ਲੈਜਿਸਲੇਚਰ ਨੇ, ਸਪੀਕਰ ਸਾਹਿਬ ਬਹਿੰਦੇ ਨੇ, ਸਪੀਕਰ ਸਾਹਿਬ ਫਾਰਵਰਡ ਕਰਦੇ ਨੇ ਇਹ ਸਾਰੇ ਬਿੱਲ, ਉਹਨਾਂ ਦੇ ਸਿਗਨੇਚਰ ਦੇ ਥੱਲੇ ਜਾਂਦਾ ਹੈ ਕਿ ਇਹ ਸੈਸ਼ਨ ਕਨਸਟੀਟਿਊਟ ਹੋਇਆ ਸੀ, ਇਹ ਸੈਸ਼ਨ 'ਚ ਆ ਹੋਇਆ, ਇਹ ਫਾਰਵਰਡ ਹੋ ਰਿਹਾ। ਸੋ ਸਪੀਕਰ ਸਾਹਿਬ ਦਾ ਵੀ ਆਪਣਾ ਸੰਵਿਧਾਨਿਕ ਕਨਸਟੀਟਿਊਸ਼ਨਲ ਪੋਜੀਸ਼ਨ ਹੈ, ਉਹਨਾਂ ਦੀ ਆਪਣੀ ਪਾਵਰਸ ਨੇ। ਤੇ ਪ੍ਰੋਬਲਮ ਆ ਨਹੀਂ ਹੈ ਕਿ ਕੋਈ ਆਬਜੈਕਸ਼ਨ ਰੇਜ਼ ਕੀਤਾ ਜਾ ਰਿਹਾ, ਪ੍ਰੋਬਲਮ ਇਹ ਹੈ ਕਿ ਆਬਜੈਕਸ਼ਨ ਰੇਜ਼ ਕਰਦੇ ਹੋ ਉਹਨੂੰ ਡਿਲੇ ਨਾ ਕੀਤਾ ਜਾਵੇ। ਜਿਹੜਾ ਵੀ ਡਿਸੀਜਨ ਹੈਗਾ, ਜੇ ਤੁਸੀਂ ਕਹਿਣਾ ਹੈ ਅਨਕਨਸਟੀਟਿਊਸ਼ਨਲ ਸੀਗਾ ਇਹ ਸੈਸ਼ਨ, ਤੇ ਤੁਸੀਂ ਰੀਜ਼ਨ ਦਿਓ, ਤੁਸੀਂ ਉਹ ਕਹਿ ਦਿਓ ਅੱਗੇ, ਠੀਕ ਹੈ। ਪ੍ਰੋਬਲਮ ਹੈ ਜਦੋਂ ਗ੍ਰੇ ਏਰੀਆ ਆ ਜਾਂਦਾ ਹੈ, ਜਦੋਂ ਕੋਈ ਦੱਸਦਾ ਨਹੀਂ ਹੈ ਕਿ ਡਿਸੀਜਨ ਕੀ ਹੈ। ਹੁਣ ਇੱਕ ਬਿੱਲ ਪਾਸ ਹੋ ਗਿਆ, ਦੀ will of the people is expressed through the legislature। ਜਿਹੜਾ ਲੈਜਿਸਲੇਚਰ ਹੈ ਸਟੇਟ ਦਾ, ਉਹਦੇ ਥਰੂ will express ਹੁੰਦੀ ਹੈ, ਕਿਉਂਕਿ ਉਹ ਇਲੈਕਟ ਹੋ ਕੇ ਆਏ ਹੁੰਦੇ ਨੇ। ਜਦੋਂ ਉਹਨਾਂ ਦੀ will ਲਾਅ 'ਚ ਕਨਵਰਟ ਨਹੀਂ ਹੋ ਪਾਉਂਦੀ ਹੈ ਤੇ ਉਹਦਾ ਕੋਈ ਰੀਜ਼ਨ ਵੀ ਨਹੀਂ ਦਿੱਤਾ ਜਾਂਦਾ, ਉਦੋਂ ਲੋਕਾਂ ਦਾ ਵਿਸ਼ਵਾਸ ਜਿਹੜਾ ਹੈ ਨਾ ਕਨਸਟੀਟਿਊਸ਼ਨਲ ਸਟਰਕਚਰ 'ਚ ਘਟਦਾ ਹੈ। ਸਾਰੇ ਦੇ ਸਾਰੇ ਜਿੰਨੇ ਵੀ ਸਟੇਕ ਹੋਲਡਰਸ ਨੇ ਇਹਦੇ 'ਚ, ਉਹਨਾਂ ਨੂੰ ਇਹ ਇਨਸ਼ੋਰ ਕਰਨਾ ਹੈ ਕਿ ਜਿਹੜੀ ਸਾਡੀ ਜਨਤਾ ਹੈ, ਜਿਹੜੇ ਲੋਕ ਨੇ, ਉਹਨਾਂ ਦਾ ਕਨਸਟੀਟਿਊਸ਼ਨ 'ਚ ਵਿਸ਼ਵਾਸ ਘੱਟ ਨਾ ਹੋਏ, ਸਾਰੀ ਚੀਜ਼ਾਂ ਕਨਸਟੀਟਿਊਸ਼ਨਲ ਤਰੀਕੇ ਨਾਲ ਜੇ ਹੋਣ। ਗਵਰਨਰ ਸਾਹਿਬ ਕੋਈ ਜਾਣਕਾਰੀ ਮੰਗਦੇ ਨੇ, ਤਲਵਾਰ ਸਾਹਿਬ, ਜੇ ਗਵਰਨਰ ਸਾਹਿਬ ਕੋਈ ਜਾਣਕਾਰੀ ਮੰਗਦੇ ਨੇ ਜਾਂ ਉਹ ਪੁੱਛਦੇ ਨੇ ਕਿ ਸੈਸ਼ਨ ਦਾ ਏਜੰਡਾ ਕੀ ਹੈ, ਤਾਂ ਸਰਕਾਰ ਉਹ ਜਾਣਕਾਰੀ ਦੇਣ ਦੀ ਪਾਬੰਦ ਹੈ, ਜਾਂ ਸਰਕਾਰ ਕਹਿ ਸਕਦੀ ਹੈ ਕਿ ਅਸੀਂ ਨਹੀਂ ਜਾਣਕਾਰੀ ਦੇਣੀ ਜੀ? ਨਹੀਂ ਸਰ, ਪਾਬੰਦ ਨਹੀਂ ਹੈ, ਪਰ ਇਹ ਜਿਹੜੇ ਮੈਟਰ ਨੇ ਪਿਛਲੇ ਦਿਨਾਂ ਦੇ ਵਿੱਚ ਕਿਹਾ, ਜਿੰਨਾ ਕਿ ਮੈਨੂੰ ਜਿਹੜਾ ਏਜੰਡਾ ਹੈਗਾ ਉਹ ਪਬਲਿਕ ਹੁੰਦਾ ਹੈ। ਜਿਹੜਾ ਪਾਰਲੀਮੈਂਟ ਜਾਂ ਲੈਜਿਸਲੇਚਰ ਦੇ ਏਜੰਡੇ ਨੇ, ਉੱਥੇ ਕੀ ਹੋਣਾ ਹੈ, ਉਹ ਸਾਰਾ ਕੁਝ ਪਬਲਿਕ ਡੋਮੇਨ 'ਚ ਹੁੰਦਾ ਹੈ। ਉਹ ਇਹੋ ਜਿਹੀ ਚੀਜ਼ ਹੀ ਨਹੀਂ ਹੈ ਜਿਹੜੀ ਕੋਈ ਪਤਾ ਨਾ ਕਰ ਸਕੇ। ਤੇ ਇਸ ਕਰਕੇ ਮਤਲਬ ਜੇ ਤਾਂ ਕੋਈ ਬੜੀ ਸੀਕ੍ਰੇਟ ਇਨਫੋਰਮੇਸ਼ਨ ਹੋਏ, ਉਹਦੇ ਤੇ ਤਾਂ ਗੱਲ ਉੱਠੇ ਕਿ ਪ੍ਰੋਵਾਈਡ ਕਰਨੀ ਹੈ ਜਾਂ ਨਹੀਂ ਕਰਨੀ ਹੈ। ਇਹ ਇਨਫੋਰਮੇਸ਼ਨ ਕਿ ਲੈਜਿਸਲੇਟਿਵ ਅਸੈਂਬਲੀ 'ਚ ਹੋਇਆ ਕੀ, ਉਹ ਤਾਂ ਬੜੀ ਪਬਲਿਕ ਡੋਮੇਨ ਦੀ ਇਨਫੋਰਮੇਸ਼ਨ ਹੈ, ਉਹ ਤਾਂ ਸਿੱਧੀ ਚਲੇ ਜਾਣੀ ਚਾਹੀਦੀ ਹੈ। ਜਾਂ ਉਦਾਂ ਵੀ ਬੜੀ ਹਾਈ ਕਨਸਟੀਟਿਊਸ਼ਨਲ ਪੋਸਟ ਨੇ, ਇਹਨਾਂ ਤੇ ਇਹ ਲੈਵਲ ਤੇ ਇਹ ਪ੍ਰੋਬਲਮਸ ਨਹੀਂ ਆਉਂਦੀਆਂ ਨੇ। ਕਲੇਰ ਸਾਹਿਬ ਦੇਖੋ, ਮੈਂ ਇਹਨਾਂ ਦੀ ਇੱਕ ਗੱਲ ਨਾਲ ਸਹਿਮਤ ਹਾਂ ਕਿ ਬੜੀਆਂ ਹਾਈ ਕਨਸਟੀਟਿਊਸ਼ਨਲ ਪੋਸਟ ਨੇ, ਇਹਨਾਂ ਦੇ ਲੈਵਲ ਤੇ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਮੇਰੇ ਦੋਨਾਂ ਨੂੰ ਸਵਾਲ ਨੇ। ਦੇਖੋ, ਤਲਵਾਰ ਸਾਹਿਬ ਤੁਸੀਂ ਐਜ਼ ਕਨਸਟੀਟਿਊਸ਼ਨਲ ਐਕਸਪਰਟ ਉਰੇ ਬਿਠਾਏ ਨੇ। ਪਹਿਲੀ ਗੱਲ ਤਾਂ ਕਿ ਜੋ ਸੁਪਰੀਮ ਕੋਰਟ ਨੇ ਲੇਟੈਸਟ ਕਿਹਾ ਹੈ, ਉਹ ਤਾਂ ਭਗਵੰਤ ਮਾਨ ਸਾਹਿਬ ਨੇ ਆਪ ਹੀ ਜਾ ਕੇ ਪੰਗਾ ਲਿਆ। ਪੰਜਾਬ ਸਰਕਾਰ ਤਾਂ ਪਹਿਲਾਂ ਤਾਂ ਕੋਈ ਐਸੀ ਗੱਲ ਨਹੀਂ ਸੀ, ਇਹ ਆਪ ਹੀ ਗਏ ਭਗਵੰਤ ਮਾਨ ਸਾਹਿਬ ਸੁਪਰੀਮ ਕੋਰਟ ਤੋਂ, ਆਪ ਹੀ ਇੱਕ ਆਰਡਰ ਲੈ ਆਏ। ਉਹਨਾਂ ਨੇ ਕਹਿਤਾ ਵੀ ਭਾਈ ਜੋ ਗਵਰਨਰ ਸਾਹਿਬ ਪੁੱਛਣਗੇ ਉਹ ਤੁਸੀਂ ਦੱਸਣ ਦੇ ਪਾਬੰਦ ਹੋ। ਦੂਜਾ, ਮੈਂ ਗਰੇਵਾਲ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਗਰੇਵਾਲ ਸਾਹਿਬ, ਜਿਹੜਾ ਸਾਡਾ ਦੇਸ਼ ਹੈ ਉਹ ਸਿਵਿਕਸ ਦੇ 9th ਕਲਾਸ ਦੇ ਲੈਸਨ ਨਾਲ ਨਹੀਂ ਚੱਲਦਾ, ਉਹ ਕਨਸਟੀਟਿਊਸ਼ਨ ਨਾਲ ਚੱਲਦਾ। ਸੋ ਤੁਸੀਂ 9th ਕਲਾਸ ਦੇ ਸਿਵਿਕਸ ਦੇ ਲੈਸਨ ਨੂੰ ਤਾਂ ਬਹੁਤ ਜ਼ੋਰ ਦੇ ਰਹੇ ਹੋ, ਤੁਸੀਂ ਸੰਵਿਧਾਨ ਨੂੰ ਘੱਟ ਜ਼ੋਰ ਦੇ ਰਹੇ ਹੋ। ਔਰ ਤੀਸਰੀ ਗੱਲ, ਜੇ ਤੁਹਾਡੀ ਆਪਾਂ ਮੰਨ ਲਈਏ ਕਿ ਸਟੇਟ ਲੈਜਿਸਲੇਟਿਵ ਆਲ ਪਾਵਰਫੁਲ ਹੈ, ਫਿਰ ਆਪਾਂ ਚੰਡੀਗੜ੍ਹ ਦਾ ਮਸਲਾ ਇੰਨਾ ਲਮਕਾਇਆ ਕਿਉਂ ਹੋਇਆ? ਤੁਸੀਂ ਇੱਕ ਵਿਸ਼ੇਸ਼ ਸੈਸ਼ਨ ਬੁਲਾਓ, ਤੁਸੀਂ ਤਾਂ ਆਲ ਪਾਵਰਫੁਲ ਹੋ, ਗਵਰਨਰ ਤਾਂ ਮਨਾ ਕਰ ਹੀ ਨਹੀਂ ਸਕਦਾ। ਤੁਸੀਂ ਇੱਕ ਉਹਦੇ 'ਚ ਬਿੱਲ ਲਿਆਓ ਕਿ ਜੀ ਚੰਡੀਗੜ੍ਹ ਤੇ ਅਸੀਂ ਕੱਲ ਨੂੰ ਕਬਜ਼ਾ ਲੈਣ ਲੱਗੇ ਆ, ਮੁੱਖ ਮੰਤਰੀ ਸਾਹਿਬ ਜਾ ਕੇ ਉੱਥੇ ਕਬਜ਼ਾ ਲੈਣਗੇ ਸੈਰੀਮੋਨੀਅਲ, ਉਹਨੂੰ ਪਾਸ ਕਰੋ। ਗਵਰਨਰ ਸਾਹਿਬ ਇੱਕ ਵਾਰੀ ਵਾਪਸ ਕਰ ਦੇਣਗੇ, ਦੂਜੀ ਵਾਰ ਤਾਂ ਕਰ ਹੀ ਨਹੀਂ ਸਕਦੇ। ਮਤਲਬ ਮੈਨੂੰ ਸਮਝ ਨਹੀਂ ਆ ਰਹੀ ਕਿ ਆਪਾਂ ਚੈਨਲ ਦੇ ਉੱਤੇ ਕੀ ਡਿਸਕਸ਼ਨ ਕਰ ਰਹੇ ਆ, ਕਿਸ ਤਰੀਕੇ ਦੇ ਨਾਲ ਕਰ ਰਹੇ ਆ। ਕੀ ਪੰਜਾਬ ਦੀ ਵਿਧਾਨ ਸਭਾ ਕਾਨੂੰਨ ਤੋਂ, ਕਨਸਟੀਟਿਊਸ਼ਨ ਤੋਂ ਬਾਹਰ ਜਾ ਕੇ ਅਗਰ ਕੋਈ ਗਲਤ ਬਿੱਲ ਲੈ ਕੇ ਆਉਂਦੀ ਹੈ, ਕੀ ਉਦੋਂ ਤੁਸੀਂ ਇਸੇ ਤਰੀਕੇ ਪਾਸ ਕਰ ਦੋਗੇ ਕਿ ਆਹੀ ਪ੍ਰੋਵੀਜ਼ਨਸ ਨੇ? ਮੈਂ ਬੜੇ ਸਪਸ਼ਟ ਤੌਰ ਤੇ ਦੋ ਗੱਲਾਂ ਕਹੀਆਂ ਸੀ। ਚਲੋ, ਗਰੇਵਾਲ ਸਾਹਿਬ ਕਹਿੰਦੇ ਮੈਂ ਸਮਝਾ ਦਿੰਨਾ ਹੈ, ਸਮਝ ਲਈਏ। ਬਰਾੜ ਸਾਹਿਬ ਇੱਕ ਮਿੰਟ ਦੇਖੋ, ਗਰੇਵਾਲ ਸਾਹਿਬ ਇਧਰ ਉਧਰਲੀਆਂ ਗੱਲਾਂ ਕਰਦੇ ਆ, ਉਹਨਾਂ ਨੂੰ ਟਾਈਮ ਮਿਲ ਜਾਂਦਾ। ਮੈਂ ਕੋਈ ਕਾਨੂੰਨਨ ਗੱਲ ਕਰ ਰਿਹਾ, ਤੁਸੀਂ ਉਹਦੇ 'ਚ ਵੀ ਗਰੇਵਾਲ ਸਾਹਿਬ ਨੂੰ ਨਾ ਵਾੜੋ। ਹੁਣ ਗੱਲ ਹੋ ਲੈਣ ਦਿਓ ਇੱਕ ਮਿੰਟ। ਮੈਂ ਗਰੇਵਾਲ ਸਾਹਿਬ ਨੂੰ ਸਿੱਧੀ ਗੱਲ ਪੁੱਛਦਾ ਹਾਂ ਕਿ ਜੀ ਤੁਸੀਂ ਪੰਜਾਬ ਦੀ ਵਿਧਾਨ ਸਭਾ ਇਹ ਦੱਸ ਦਿਓ ਵੀ ਬ੍ਰੌਡਕਾਸਟਿੰਗ ਦਾ ਕਾਨੂੰਨ ਬਣਾ ਸਕਦੀ ਹੈ? ਗਰੇਵਾਲ ਸਾਹਿਬ ਕਹਿੰਦੇ ਨੇ ਬਣਾ ਸਕਦੀ ਹੈ, ਤਾਂ ਆਪਾਂ ਗੱਲ ਕਰ ਲੈਂਦੇ ਆ। ਕਾਨੂੰਨੀ ਮਾਹਰ ਬੈਠੇ ਨੇ, ਦੱਸ ਦੇਣ ਕਿ ਜੀ ਬ੍ਰੌਡਕਾਸਟਿੰਗ ਸਟੇਟ ਸਬਜੈਕਟ ਹੈ ਕਿ ਸੈਂਟਰਲ ਸਬਜੈਕਟ ਹੈ। ਨੰਬਰ 2, ਕਿਹੜੀ ਐਸੀ ਪੰਜਾਬ ਦੀ ਸਰਕਾਰ ਹੈ ਜਿਹਨੇ ਬਿੱਲ ਬਣਾਇਆ? ਇਹ ਅੱਜ ਉਰੇ ਲੋਕਾਂ ਨੂੰ ਦੱਸ ਦੇਣ ਬਿੱਲ ਕਾਹਦਾ ਬਣਾਇਆ। ਸਿਰਫ ਜਿਹੜੀ ਹਰਮੰਦਰ ਸਾਹਿਬ ਤੋਂ ਗੁਰਬਾਣੀ ਟੈਲੀਕਾਸਟ ਹੋਣੀ ਹੈ, ਉਹਦੇ 'ਚ ਸਪੈਸ਼ਲ ਮੈਂਸ਼ਨ ਹੈ 125A 'ਚ ਕਿ ਬਿੱਲ ਲੈ ਕੇ ਆ ਰਿਹਾ ਹਰਮੰਦਰ ਸਾਹਿਬ ਤੋਂ ਜਿਹੜੀ ਗੁਰਬਾਣੀ ਰਿਲੇ ਹੁੰਦੀ ਹੈ। ਕੀ ਗੱਲ, ਜਿਹੜੀ ਦਮਦਮਾ ਸਾਹਿਬ ਤੋਂ ਹੁੰਦੀ ਹੈ ਉਹ ਫਿਰ ਉਹ ਗੁਰਬਾਣੀ 'ਚ ਕੋਈ ਫਰਕ ਹੈ? ਜਿਹੜੀ ਪਟਿਆਲੇ ਦੁਖਨਿਵਾਰਨ ਸਾਹਿਬ ਤੋਂ ਹੁੰਦੀ ਹੈ ਉਹ ਗੁਰਬਾਣੀ 'ਚ ਕੋਈ ਫਰਕ ਹੈ? ਇਹ ਕੈਸੇ ਪੰਜਾਬ ਸਰਕਾਰ ਦੇ ਵਕੀਲ ਨੇ, ਇਹ ਕਿਹੜੇ ਕਾਨੂੰਨੀ ਮਾਹਰ ਨੇ ਜਿਨ੍ਹਾਂ ਨੇ ਇਹ ਫਰਕ ਕਰਤਾ ਕਿ ਹਰਮੰਦਰ ਸਾਹਿਬ ਦੀ ਗੁਰਬਾਣੀ ਲਈ ਬਿੱਲ ਲੈ ਕੇ ਆ ਰਹੇ ਆ, ਬਾਕੀ ਪੰਜਾਬ 'ਚ ਕਿਤੋਂ ਵੀ ਗੁਰਬਾਣੀ ਆ ਕੋਈ ਬਿੱਲ ਨਹੀਂ? ਔਰ ਦੂਸਰੀ ਗੱਲ, ਇੱਕ ਇਹਨਾਂ ਨੇ ਹੋਰ ਜਿਹੜਾ ਹਸਤਖੇਪ ਕੀਤਾ, ਕਾਨੂੰਨੀ ਮਾਹਰ ਦੱਸ ਦੇਣ
ਇਹ ਕਿਹੜੀ ਸਰਕਾਰ ਹੈ ਜੀ? ਇਹ ਪਹਿਲੀ ਸਰਕਾਰ ਹੈ ਜਿਹਨੇ ਕਿਹਾ ਕਿ ਹਰਮੰਦਰ ਸਾਹਿਬ ਸਾਡੀ ਜੁਰਿਸਡਿਕਸ਼ਨ ਚ ਆਉਂਦਾ ਹੈ। ਹਰਮੰਦਰ ਸਾਹਿਬ ਕੰਪਲੈਕਸ ਪੰਜਾਬ ਸਰਕਾਰ ਦੀ ਜੁਰਿਸਡਿਕਸ਼ਨ ਹੈ। ਉਹ 6ਵੇਂ ਪਾਤਸ਼ਾਹ ਦੀ ਗੱਦੀ ਹੈ ਅਕਾਲ ਤਖਤ ਸਾਹਿਬ।